ਗੁੱਡ ਮਾਰਨਿੰਗ ਸਟੂਡੈਂਟਸ। ਬੱਚੋ ਕੱਲ ਆਪਾਂ ਅਰਥ ਸ਼ਾਸਤਰ ਦਾ ਪਾਠ ਇੱਕ ਪਿੰਡ ਦੀ ਕਹਾਣੀ ਪੜ੍ਹ ਰਹੇ ਸੀ। ਅੱਜ ਅਸੀਂ ਬਾਕੀ ਦਾ ਪਾਠ ਇੱਕ ਪਿੰਡ ਦੀ ਕਹਾਣੀ ਪੜ੍ਹਨ ਜਾ ਰਹੇ ਹਾਂ। ਕੱਲ ਮੈਂ ਤੁਹਾਨੂੰ ਅਰਥ ਸ਼ਾਸਤਰ ਦੀਆਂ ਧਾਰਨਾਵਾਂ ਬਾਰੇ ਪੜ੍ਹਾਇਆ ਸੀ, ਜਿਸ ਦੇ ਵਿੱਚ ਅਸੀਂ ਡਿਮਾਂਡ ਬਾਰੇ ਕੱਲ ਪੜ੍ਹਿਆ ਸੀਗਾ ਕਿ ਡਿਮਾਂਡ ਅਤੇ ਪ੍ਰਾਈਸ ਦਾ ਉਲਟ ਸੰਬੰਧ ਹੈ। ਕੀਮਤ ਵਧਣ ਨਾਲ ਮੰਗ ਘਟਦੀ ਹੈ, ਕੀਮਤ ਘਟਣ ਨਾਲ ਮੰਗ ਵੱਧਦੀ ਹੈ। ਅੱਜ ਅਸੀਂ ਕਰਨ ਜਾ ਰਹੇ ਹਾਂ ਸਪਲਾਈ। ਅਰਥ ਸ਼ਾਸਤਰ ਦਾ ਨੈਕਸਟ ਕਨਸੈਪਟ ਹੈ ਸਪਲਾਈ। ਬੱਚੋ ਇਸ ਡਾਇਗਰਾਮ ਨੂੰ ਦੇਖੋ ਧਿਆਨ ਨਾਲ ਕਿ ਮਾਰਕੀਟ ਦੇ ਵਿੱਚ ਜਦੋਂ ਚੋਕਲੇਟ ਦੀ ਕੀਮਤ 5 ਰੁਪਏ ਹੈ ਤਾਂ ਵਿਕਰੇਤਾ ਵੱਲੋਂ ਕੋਈ ਵੀ ਚੋਕਲੇਟ ਦੀ ਸਪਲਾਈ ਨਹੀਂ ਹੋ ਰਹੀ। 5 ਰੁਪਏ ਦੀ ਜਦੋਂ ਕੀਮਤ ਹੈ ਇੱਕ ਚੋਕਲੇਟ ਦੀ ਤਾਂ ਵਿਕਰੇਤਾ ਵੱਲੋਂ ਮਾਰਕੀਟ ਦੇ ਵਿੱਚ ਕੋਈ ਵੀ ਸਪਲਾਈ ਨਹੀਂ ਹੋ ਰਹੀ। ਪਰ ਜਦੋਂ ਕੀਮਤ 5 ਰੁਪਏ ਤੋਂ ਇੱਕ ਚੋਕਲੇਟ ਦੀ ਕੀਮਤ 10 ਰੁਪਏ ਹੋ ਗਈ, ਯਾਨੀ ਕੀਮਤ ਵੱਧ ਗਈ, ਤਾਂ ਵਿਕਰੇਤਾ ਵੱਲੋਂ ਮਾਰਕੀਟ ਦੇ ਵਿੱਚ ਸਪਲਾਈ ਵੀ ਵੱਧ ਗਈ। 10 ਰੁਪਏ ਕੀਮਤ ਦੇ ਉੱਪਰ ਮਾਰਕੀਟ ਦੇ ਵਿੱਚ ਸਪਲਾਈ ਵੀ 10 ਰੁਪਏ ਹੋ ਗਈ, 10 ਚੋਕਲੇਟ ਹੋ ਗਈ। ਜਦੋਂ ਕੀਮਤ ਵੱਧ ਕੇ 20 ਰੁਪਏ ਇੱਕ ਚੋਕਲੇਟ ਦੀ ਹੈ ਤਾਂ ਸਪਲਾਈ 30 ਚੋਕਲੇਟ ਦੀ ਹੋ ਗਈ, ਕਿਉਂਕਿ ਵਿਕਰੇਤਾ ਕੀਮਤ ਵਧਣ ਦੇ ਨਾਲ ਮਾਰਕੀਟ ਦੇ ਵਿੱਚ ਸਪਲਾਈ ਵੀ ਵਧਾ ਰਿਹਾ ਹੈ। ਜਦੋਂ ਚੋਕਲੇਟ ਦੀ ਕੀਮਤ ਵੱਧ ਕੇ 30 ਰੁਪਏ ਇੱਕ ਚੋਕਲੇਟ ਹੋਈ ਤਾਂ ਉਸ ਨੇ ਸਪਲਾਈ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ। 30 ਰੁਪਏ ਕੀਮਤ ਦੇ ਨਾਲ ਉਸ ਨੇ ਮਾਰਕੀਟ ਦੇ ਵਿੱਚ 50 ਚੋਕਲੇਟਾਂ ਦੀ ਸਪਲਾਈ ਕੀਤੀ। ਬੱਚੋ ਇਸ ਡਾਇਗਰਾਮ ਤੋਂ ਇਹ ਕਲੀਅਰ ਹੈ, ਇਹ SS ਸਪਲਾਈ ਕਰਵ ਹੈ ਜੋ ਇਹ ਉੱਪਰ ਨੂੰ ਜਾ ਰਹੀ ਹੈ। ਇਹ ਸਾਨੂੰ ਇਹ ਦਰਸਾ ਰਹੀ ਹੈ ਕਿ ਕੀਮਤ ਵਧਣ ਦੇ ਨਾਲ ਸਪਲਾਈ ਵੱਧ ਰਹੀ ਹੈ, ਪਰ ਕੀਮਤ ਘਟਣ ਦੇ ਨਾਲ ਸਪਲਾਈ ਘਟ ਰਹੀ ਹੈ। ਹਾਂਜੀ, ਨੈਕਸਟ ਇਜ਼ ਅਰਥ ਸ਼ਾਸਤਰ ਦਾ ਨੈਕਸਟ ਕਨਸੈਪਟ ਹੈ ਬਾਜ਼ਾਰ ਜਾਂ ਮੰਡੀ। ਬੱਚੋ ਆਮ ਬੋਲਚਾਲ ਦੇ ਵਿੱਚ ਅਸੀਂ ਬਾਜ਼ਾਰ ਨੂੰ ਕਹਿ ਦਿੰਦੇ ਹਾਂ ਕਿ ਜਿੱਥੇ ਵਸਤੂਆਂ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਨੇ, ਪਰੰਤੂ ਅਰਥ ਸ਼ਾਸਤਰ ਵਿੱਚ ਬਾਜ਼ਾਰ ਦਾ ਅਰਥ ਅਜਿਹਾ ਪ੍ਰਬੰਧ ਹੈ ਜਿੱਥੇ ਵਸਤੂਆਂ ਦੇ ਖਰੀਦਦਾਰ ਅਤੇ ਵਿਕਰੇਤਾ ਆਪਸ ਵਿੱਚ ਸੰਪਰਕ ਕਰਕੇ ਵਸਤੂਆਂ ਨੂੰ ਵੇਚਦੇ ਤੇ ਖਰੀਦਦੇ ਹਨ। ਨੈਕਸਟ ਇਜ਼ ਲਾਗਤ। ਵਸਤੂਆਂ ਦੇ ਉਤਪਾਦਨ ਤੋਂ ਲੈ ਕੇ ਉਸ ਨੂੰ ਵੇਚਣ ਤੱਕ ਜੋ ਮੁਦਰਾ ਮੀਨਸ ਜੋ ਧਨ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਲਾਗਤ ਕਿਹਾ ਜਾਂਦਾ ਹੈ। ਜਿਵੇਂ ਹੁਣ ਇੱਕ ਉਤਪਾਦਕ ਨੂੰ ਆਪਣੀ ਫਰਮ ਦੇ ਵਿੱਚ ਵਸਤੂਆਂ ਦੀ ਪ੍ਰੋਡਕਸ਼ਨ ਕਰਨ ਤੱਕ ਦਾ ਜੋ ਖਰਚਾ ਆਉਂਦਾ ਹੈ, ਜਿਵੇਂ ਕੱਚਾ ਮਾਲ ਖਰੀਦਣਾ, ਲੇਬਰ ਨੂੰ ਮਜ਼ਦੂਰੀ ਦੇਣਾ, ਬਿਜਲੀ ਜਾਂ ਪਾਣੀ ਦੇ ਬਿੱਲ ਦੇਣਾ ਆਦਿ ਜੋ ਲਾਗਤਾਂ, ਮੁਰੰਮਤ ਦੀਆਂ ਲਾਗਤਾਂ ਨੂੰ ਕੱਢ ਕੇ ਜਾਂ ਇਹਨਾਂ ਸਾਰੀਆਂ ਲਾਗਤਾਂ ਦਾ ਜੋ ਖਰਚ ਹੈ ਉਸ ਨੂੰ ਅਸੀਂ ਵਸਤੂ ਦੇ ਉਤਪਾਦਨ ਦੀ ਲਾਗਤ ਕਹਿੰਦੇ ਹਾਂ। ਨੈਕਸਟ ਇਜ਼ ਆਮਦਨ। ਹੁਣ ਇੱਕ ਫਰਮ ਦੇ ਉਤਪਾਦਕ ਨੇ ਵਸਤੂਆਂ ਦੀ ਪ੍ਰੋਡਕਸ਼ਨ ਕਰ ਲਈ ਤਾਂ ਹੁਣ ਉਸ ਨੇ ਉਹਨਾਂ ਵਸਤੂਆਂ ਦੀ ਵਿਕਰੀ ਕਰਨੀ ਹੈ। ਉਹਨਾਂ ਵਸਤੂਆਂ ਦੀ ਵਿਕਰੀ ਕਰਨ ਨਾਲ ਜੋ ਧਨ ਰਾਸ਼ੀ ਉਸ ਨੂੰ ਪ੍ਰਾਪਤ ਹੁੰਦੀ ਹੈ ਉਸ ਨੂੰ ਆਮਦਨ ਕਹਿੰਦੇ ਹਾਂ। ਉਦਾਹਰਨ ਵਜੋਂ ਜਿਵੇਂ ਹਰ ਰੋਜ਼ ਇੱਕ ਫਰਮ 100 ਕਮੀਜ਼ਾਂ ਤਿਆਰ ਕਰਦੀ ਹੈ ਅਤੇ 100 ਰੁਪਏ ਕੀਮਤ ਨਾਲ ਪ੍ਰਤੀ ਇੱਕ ਕਮੀਜ਼ ਵੇਚਣ ਉਪਰੰਤ ਫਰਮ ਨੂੰ 10,000 ਰੁਪਏ ਪ੍ਰਾਪਤ ਹੁੰਦੇ ਹਨ। ਇੱਕ ਕਮੀਜ਼ ਦੀ ਕੀਮਤ 100 ਰੁਪਏ ਤਾਂ 100 ਕਮੀਜ਼ਾਂ ਦੀ ਕੀਮਤ 10,000 ਹੋਈ। ਇਹ ਫਰਮ ਦੀ ਆਮਦਨ ਹੈ। ਜੇਕਰ ਹੁਣ ਇੱਕ ਮਜ਼ਦੂਰ ਮਜ਼ਦੂਰੀ ਕਰਕੇ ਮਾਲਕ ਤੋਂ 400 ਰੁਪਏ ਪ੍ਰਾਪਤ ਕਰਦਾ ਹੈ ਤਾਂ ਉਹ ਮਜ਼ਦੂਰ ਦੀ ਆਮਦਨ 400 ਹੈ। ਨੈਕਸਟ ਅਰਥ ਸ਼ਾਸਤਰ ਦਾ ਕਨਸੈਪਟ ਹੈ ਆਰਥਿਕ ਕਿਰਿਆਵਾਂ। ਬੱਚੋ ਜਿਹੜੀਆਂ ਵੀ ਆਰਥਿਕ ਕਿਰਿਆਵਾਂ ਨੇ, ਜੋ ਆਰਥਿਕ ਕਿਰਿਆਵਾਂ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਥਿਕ ਕਿਰਿਆਵਾਂ ਕਹਿੰਦੇ ਹਾਂ। ਉਦਾਹਰਨ ਵਜੋਂ ਇੱਕ ਅਧਿਆਪਕ ਦੁਆਰਾ ਸਕੂਲ ਵਿੱਚ ਪੜ੍ਹਾਉਣਾ, ਡਾਕਟਰ ਦੁਆਰਾ ਮਰੀਜ਼ ਦਾ ਇਲਾਜ ਕਰਨਾ। ਹੁਣ ਅਧਿਆਪਕ ਦੁਆਰਾ ਸਕੂਲ ਵਿੱਚ ਪੜ੍ਹਾਉਣ ਦਾ ਉਦੇਸ਼ ਕੀ ਹੈ? ਧਨ ਕਮਾਉਣਾ। ਡਾਕਟਰ ਦਾ ਡਾਕਟਰੀ ਇਲਾਜ ਕਰਨ ਦਾ ਉਦੇਸ਼ ਕੀ ਹੈ? ਧਨ ਕਮਾਉਣਾ। ਤਾਂ ਕਲੀਅਰ ਹੈ ਕਿ ਇਹ ਜੋ ਕਿਰਿਆਵਾਂ ਅਧਿਆਪਕ ਜਾਂ ਡਾਕਟਰ ਜਾਂ ਇੱਕ ਲਾਇਰ ਵਕੀਲ ਦੁਆਰਾ ਆਪਣੀਆਂ ਸੇਵਾਵਾਂ ਦੇ ਬਦਲੇ ਧਨ ਕਮਾਉਣ ਲਈ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਆਰਥਿਕ ਕਿਰਿਆਵਾਂ ਕਹਿੰਦੇ ਨੇ। ਬੱਚੋ ਆਰਥਿਕ ਕਿਰਿਆਵਾਂ ਦੇ ਨਾਲ ਨਾਲ ਅਨਆਰਥਿਕ ਕਿਰਿਆਵਾਂ ਵੀ ਨੇ ਅਰਥ ਸ਼ਾਸਤਰ ਦੇ
ਨੈਕਸਟ ਕਨਸੈਪਟ ਦੇ ਵਿੱਚ ਅਨਾਰਥਿਕ ਕਿਰਿਆਵਾਂ ਹੋਣਗੀਆਂ ਜਿਹੜੀਆਂ ਧਨ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤੀਆਂ ਜਾਂਦੀਆਂ। ਜਿਵੇਂ ਕਿ ਬੱਚਿਓ, ਹੁਣ ਇੱਕ ਅਧਿਆਪਕ ਹੈ ਜੋ ਆਪਣੇ ਬੇਟੇ ਜਾਂ ਬੇਟੀ ਨੂੰ ਘਰ ਵਿੱਚ ਪੜ੍ਹਾਉਂਦਾ ਹੈ ਤਾਂ ਉਸ ਦੇ ਬਦਲੇ ਉਸ ਨੂੰ ਕੋਈ ਫੀਸ ਪ੍ਰਾਪਤ ਨਹੀਂ ਹੁੰਦੀ, ਤਾਂ ਬੱਚਿਓ ਇਹ ਉਸ ਦੀ ਅਨਾਰਥਿਕ ਕਿਰਿਆ ਹੈ। ਹੁਣ ਇੱਕ ਡਾਕਟਰ ਹੈ, ਉਹ ਲੋਕਾਂ ਦਾ ਇਲਾਜ ਤਾਂ ਕਰਦਾ ਹੈ ਧਨ ਦੇ ਉਦੇਸ਼ ਨਾਲ, ਲੇਕਿਨ ਉਹ ਆਪਣੇ ਬੱਚੇ ਦਾ ਇਲਾਜ ਜਦੋਂ ਕਰਦਾ ਹੈ ਤਾਂ ਉਸ ਨੂੰ ਉਸ ਦੇ ਬਦਲੇ ਵਿੱਚ ਕੋਈ ਵੀ ਫੀਸ ਪ੍ਰਾਪਤ ਨਹੀਂ ਹੁੰਦੀ। ਤਾਂ ਬੱਚਿਓ ਇਹ ਡਾਕਟਰ ਦੁਆਰਾ ਕੀਤਾ ਗਿਆ ਆਪਣੇ ਬੱਚੇ ਦਾ ਜੋ ਇਲਾਜ ਹੈ ਉਹ ਬੱਚਿਓ ਅਨਾਰਥਿਕ ਕਿਰਿਆ ਹੈ। ਹੁਣ ਬੱਚਿਓ ਅਸੀਂ ਮੁੱਢਲੀਆਂ ਧਾਰਨਾਵਾਂ ਬਾਰੇ ਜਾਣ ਲਿਆ। ਹੁਣ ਅਸੀਂ ਉਤਪਾਦਨ ਜੋ ਕਿ ਇੱਕ ਮੁੱਖ ਆਰਥਿਕ ਪ੍ਰਕਿਰਿਆ ਹੈ ਉਸ ਦੇ ਬਾਰੇ ਪੜ੍ਹਦੇ ਹਾਂ। ਉਤਪਾਦਨ ਕੀ ਹੈ ਬੱਚਿਓ? ਉਤਪਾਦਨ ਦਾ ਉਦੇਸ਼ ਹੈ ਵਸਤੂਆਂ ਦੀ ਪ੍ਰੋਡਕਸ਼ਨ, ਮੀਨਸ ਕਿ ਇਹੋ ਜਿਹੀਆਂ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਨਾ ਜਿਨ੍ਹਾਂ ਦੀ ਸਾਨੂੰ ਲੋੜ ਹੈ। ਹੁਣ ਇੱਕ ਤਰਖਾਣ ਹੈ, ਉਹ ਲੱਕੜੀ ਤੋਂ ਮੇਜ਼ ਕੁਰਸੀ ਬਣਾਏਗਾ, ਘੁਮਿਆਰ ਮਿੱਟੀ ਤੋਂ ਭਾਂਡੇ ਬਣਾਏਗਾ, ਲੋਹਾਰ ਲੋਹੇ ਤੋਂ ਔਜ਼ਾਰ ਬਣਾਏਗਾ, ਅਤੇ ਹਲਵਾਈ ਦੁੱਧ ਮੈਦੇ ਵੇਸਣ ਤੋਂ ਕਈ ਪ੍ਰਕਾਰ ਦੀਆਂ ਮਠਿਆਈਆਂ ਤਿਆਰ ਕਰਦਾ ਹੈ। ਇਹ ਕਿਰਿਆਵਾਂ ਬੱਚਿਓ ਸਾਰੀਆਂ ਉਤਪਾਦਨ ਕਿਰਿਆਵਾਂ ਨੇ। ਉਤਪਾਦਨ ਦੇ ਸਾਧਨ ਕਿਹੜੇ ਨੇ ਬੱਚਿਓ? ਉਤਪਾਦਨ ਦੇ 4 ਸਾਧਨ ਹੈ ਜਿਨ੍ਹਾਂ ਦੀ ਅਸੀਂ ਡੀਟੇਲ ਦੇ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਫਸਟ ਇਜ਼ ਭੂਮੀ, ਸੈਕਿੰਡ ਕਿਰਤ, ਥਰਡ ਪੂੰਜੀ, ਫੋਰਥ ਉਦਮੀ। ਸਭ ਤੋਂ ਪਹਿਲਾਂ ਅਸੀਂ ਭੂਮੀ ਬਾਰੇ ਪੜ੍ਹਦੇ ਹਾਂ। ਬੱਚਿਓ ਖੇਤੀ ਹੈ ਜੋ ਖੇਤੀਯੋਗ ਜੋ ਭੂਮੀ ਹੈ ਉਹ ਖੇਤੀ ਉਤਪਾਦਨ ਦਾ ਸਾਧਨ ਹੈ ਕਿ ਖੇਤੀ ਭੂਮੀ ਦੇ ਉੱਪਰ ਕੀਤੀ ਜਾਂਦੀ ਹੈ। ਇਹ ਕੁਦਰਤ ਦੀ ਦੇਣ ਹੈ। ਪਿੰਡਾਂ ਵਿੱਚ ਜਿਹੜਾ ਭੂਮੀ ਦਾ ਖੇਤਰ ਸੀਮਤ ਹੁੰਦਾ ਹੈ, ਨਿਸ਼ਚਿਤ ਹੁੰਦਾ ਹੈ। ਦੇਖੋ ਜਨਸੰਖਿਆ ਹਰ ਸਾਲ ਵੱਧ ਰਹੀ ਹੈ, ਖੇਤੀਯੋਗ ਭੂਮੀ ਨੂੰ ਵਧਾਇਆ ਨਹੀਂ ਜਾ ਸਕਦਾ ਕਿਉਂਕਿ ਪਿੰਡਾਂ ਦੇ ਨਾਲ ਜਿਹੜੀ ਜ਼ਮੀਨ ਲੱਗਦੀ ਹੈ ਉਹ ਗੁਆਂਢੀ ਪਿੰਡਾਂ ਦੀ ਹੈ। ਭੂਮੀ ਦੀਆਂ ਵਿਸ਼ੇਸ਼ਤਾਵਾਂ ਨੇ। ਭੂਮੀ ਕੁਦਰਤ ਵੱਲੋਂ ਦਿੱਤੀ ਅਨਮੋਲੀ ਸੌਗਾਤ ਹੈ। ਭੂਮੀ ਦੀ ਪੂਰਤੀ ਸੀਮਤ ਹੈ। ਭੂਮੀ ਸਥਿਰ ਹੈ। ਹੁਣ ਇੱਕ ਸਾਲ ਦੇ ਵਿੱਚ ਬੱਚਿਓ ਭੂਮੀ ਦੇ ਟੁਕੜੇ ਤੋਂ ਜ਼ਿਆਦਾ ਫਸਲਾਂ ਪੈਦਾ ਕਰਨ ਨੂੰ ਅਸੀਂ ਬਹੁ ਫਸਲੀ ਪ੍ਰਣਾਲੀ ਵੀ ਕਹਿੰਦੇ ਹਾਂ। ਪਿੰਡਾਂ ਵਿੱਚ ਹੁਣ ਖੇਤੀ ਦੇ ਕੰਮਾਂ ਵਿੱਚ ਲੱਗੇ ਲੋਕਾਂ ਕੋਲ ਖੇਤੀ ਵਾਸਤੇ ਉਚਿਤ ਖੇਤਰਫਲ ਦੀ ਭੂਮੀ ਨਹੀਂ ਹੈ। ਪਿੰਡਾਂ 'ਚ ਹੁਣ 20 ਪਰਿਵਾਰ ਜ਼ਿਆਦਾ ਵਾਹੀਯੋਗ ਭੂਮੀ ਦੇ ਮਾਲਕ ਨੇ। 100 ਪਰਿਵਾਰ ਦਰਮਿਆਨੇ ਖੇਤਰ ਦੀ ਭੂਮੀ ਦੇ ਮਾਲਕ ਨੇ। ਕੁਝ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੀ ਭੂਮੀ ਥੋੜ੍ਹੀ ਜਿਹੀ ਵਾਹੀਯੋਗ ਭੂਮੀ ਹੈ। ਪਿੰਡਾਂ ਵਿੱਚ 50 ਦੇ ਲਗਭਗ ਅਜਿਹੇ ਪਰਿਵਾਰ ਵੀ ਹਨ ਜਿਨ੍ਹਾਂ ਕੋਲ ਖੇਤੀ ਕਰਨ ਲਈ ਭੂਮੀ ਨਹੀਂ ਹੈ। ਉਹ ਆਪਣਾ ਗੁਜ਼ਾਰਾ ਬਾਕੀ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਕਰਕੇ ਕਰਦੇ ਨੇ। ਜੇ ਪਰਿਵਾਰਾਂ ਨੂੰ ਬੇਜ਼ਮੀਨੇ ਖੇਤੀ ਮਜ਼ਦੂਰਾਂ ਦੇ ਪਰਿਵਾਰ ਕਿਹਾ ਜਾਂਦਾ ਹੈ। ਨੈਕਸਟ ਬੱਚਿਓ ਹੈਗਾ ਕਿਰਤ। ਕਿਰਤ ਬਾਰੇ ਅਸੀਂ ਪੜ੍ਹਦੇ ਹਾਂ ਵੀ ਕਿਰਤ ਦਾ ਅਰਥ ਹੈ ਕਿ ਕਿਸੇ ਵੀ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਕੰਮ ਤੋਂ ਜੋ ਕਿ ਕਿਸੇ ਉਦੇਸ਼ ਵਾਸਤੇ ਕੀਤੇ ਜਾਂਦੇ ਨੇ। ਜੇਕਰ ਕੋਈ ਵਿਦਿਆਰਥੀ ਹੁਣ ਆਪਣੀ ਖੁਸ਼ੀ ਨਾਲ ਖੇਡ ਖੇਡਦਾ ਹੈ ਜਾਂ ਮਾਂ ਆਪਣੇ ਬੱਚੇ ਦੀ ਦੇਖਭਾਲ ਕਰਦੀ ਹੈ ਤਾਂ ਇਹ ਕਿਰਿਆ ਕਿਰਤ ਨਹੀਂ ਮੰਨੀ ਜਾਂਦੀ ਕਿਉਂਕਿ ਉਹਨਾਂ ਨੇ ਇਸ ਕੰਮ ਦੇ ਬਦਲੇ ਇਹ ਕੰਮ ਉਹਨਾਂ ਲਈ ਪੈਸੇ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤਾ ਜਾਂਦਾ। ਹੁਣ ਇੱਕ ਕ੍ਰਿਕਟ ਦਾ ਕੋਚ ਹੈ ਜਾਂ ਫੁੱਟਬਾਲ ਦਾ ਖਿਡਾਰੀ ਹੈ, ਉਹ ਖੇਡਾਂ ਸਿਖਾਉਂਦਾ ਹੈ ਜਾਂ ਨਰਸ ਹਸਪਤਾਲ ਵਿੱਚ ਦੇਖਭਾਲ ਕਰਦੀ ਹੈ ਤਾਂ ਇਹ ਕਿਰਿਆਵਾਂ ਬੱਚਿਓ ਕਿਰਤ ਕਹਾਉਂਦੀਆਂ ਨੇ ਕਿਉਂਕਿ ਇਹਦੇ ਬਦਲੇ ਵਿੱਚ ਉਹਨਾਂ ਨੂੰ ਮਿਹਨਤਾਨਾ ਮਿਲਣਾ ਹੈ। ਕਿਰਤ ਦੀਆਂ ਵਿਸ਼ੇਸ਼ਤਾਵਾਂ ਕੀ ਨੇ? ਇਹ ਕਿਰਿਆਸ਼ੀਲ ਸਾਧਨ ਹੈ। ਕਿਰਤ ਦੀ ਪੂਰਤੀ ਨੂੰ ਵਧਾਇਆ ਘਟਾਇਆ ਜਾ ਸਕਦਾ ਹੈ। ਭਾਰਤ ਵਿੱਚ ਕਿਰਤੀਆਂ ਦੀ ਜਨਸੰਖਿਆ ਵੱਧ ਹੈ। ਕਿਰਤ ਨੂੰ ਵੇਚਿਆ ਖਰੀਦਿਆ ਜਾਂਦਾ ਹੈ। ਕਿਰਤ ਗਤੀਸ਼ੀਲ ਹੈ। ਨੈਕਸਟ ਬੱਚੋ ਸਾਧਨ ਹੈ ਭੂਮੀ। ਭੂਮੀ ਤੋਂ ਭਾਵ ਵਿਅਕਤੀਆਂ ਵੱਲੋਂ ਬਣਾਈਆਂ ਗਈਆਂ ਉਹ ਵਸਤੂਆਂ ਹਨ ਜਿਹੜੀਆਂ ਹੋਰ ਵਸਤੂਆਂ ਦੇ ਉਤਪਾਦਨ ਵਿੱਚ ਪ੍ਰਯੋਗ ਹੁੰਦੀਆਂ ਹਨ। ਹੁਣ ਇੱਕ ਇਮਾਰਤ ਦਾ ਪ੍ਰਯੋਗ ਬੱਚੋ ਜੇ ਘਰ ਵਾਸਤੇ ਹੀ ਕੀਤਾ ਜਾਂਦਾ ਤਾਂ ਪੂੰਜੀ ਨਹੀਂ ਹੋਏਗੀ, ਪਰ ਜਦੋਂ ਕਿਸੇ ਫੈਕਟਰੀ ਦੀ ਇਮਾਰਤ ਨੂੰ ਉਤਪਾਦਨ ਲਈ ਵਰਤਿਆ ਜਾਵੇ ਤਾਂ ਉਹ ਪੂੰਜੀ ਹੈ। ਬੈਂਕਾਂ ਵਿੱਚ ਰੱਖੀ ਗਈ ਵੀ ਜਿਹੜੀ ਮੁਦਰਾ ਹੈ ਉਹ ਪੂੰਜੀ ਹੈ। ਪੂੰਜੀ ਦੀਆਂ ਵਿਸ਼ੇਸ਼ਤਾਵਾਂ ਨੇ। ਮਨੁੱਖ ਕਿਰਤ ਦਾ ਸਾਧਨ ਹੈ। ਇਹ ਉਤਪਾਦਨ ਦਾ ਗੌਣ ਸਾਧਨ ਹੈ। ਪੂੰਜੀ ਹਸਤਾਂਤਰਿਕ ਹੁੰਦੀ ਹੈ। ਪੂੰਜੀ ਦੀ ਘਸਾਈ ਹੁੰਦੀ ਹੈ। ਨੈਕਸਟ ਹੈ ਬੱਚੋ ਉਦਮੀ। ਉਦਮੀ ਉਤਪਾਦਨ ਦੀ ਪ੍ਰਕਿਰਿਆ ਵਿੱਚ ਆਰਥਿਕ ਨਿਰਣੇ ਲੈਂਦਾ ਹੈ ਅਤੇ ਜੋਖਿਮ ਭਾਵ ਨੁਕਸਾਨ ਉਠਾਉਂਦਾ ਹੈ। ਕਿਹੜੀ ਵਸਤੂ ਦਾ ਅਤੇ ਉਸ ਵਸਤੂ ਦਾ ਕਿੰਨੀ ਮਾਤਰਾ 'ਚ ਉਤਪਾਦਨ ਕਰਨਾ ਹੈ, ਇਹ ਸਾਰਾ ਨਿਰਣਾ ਉਦਮੀ ਨੇ ਕਰਨਾ ਹੁੰਦਾ ਹੈ। ਉਦਮੀ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਨੇ? ਉਹ ਲਾਭ ਦੇ ਉਦੇਸ਼ ਨਾਲ ਕੰਮ ਕਰਦਾ ਹੈ। ਉਹ ਜੋਖਿਮ ਉਠਾਉਂਦਾ ਹੈ। ਉਤਪਾਦਨ ਦੇ ਬਾਕੀ ਸਾਧਨ ਜਿਹੜੇ ਨੇ ਭੂਮੀ ਹੈ, ਕਿਰਤ ਹੈ, ਪੂੰਜੀ ਹੈ, ਉਹਨਾਂ ਦੇ ਵਿੱਚ ਤਾਲਮੇਲ ਪੈਦਾ ਕਰਦਾ ਹੈ।
ਪਿੰਡਾਂ ਵਿੱਚ ਖੇਤੀ ਉਤਪਾਦਨ ਕਿਰਿਆ ਲਈ ਕਿਸਾਨ ਇੱਕ ਉਦਮੀ ਦੀ ਭੂਮਿਕਾ ਨਿਭਾਉਂਦਾ ਹੈ।